ਹੈਲੋ ਫਰੈਂਡਸ, ਮੇਰਾ ਨਾਮ ਹੈ ਦਿਲ ਸੰਧੂ ਅਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ ਗ੍ਰੇਟਰ ਟੋਰਾਂਟੋ ਏਰੀਆ ਕੈਨੇਡਾ। ਅੱਜ ਆਪਾਂ ਇੱਕ ਬੜੇ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰੀਏ ਕਿ ਲੋਕ ਕੈਨੇਡਾ 'ਚ PR ਲੈਣਾ ਚਾਹੁੰਦੇ ਆ ਅਤੇ ਉਹ ਸਟੱਡੀ ਕਰਨ ਲਈ ਕੈਨੇਡਾ ਆਉਣਾ ਚਾਹੁੰਦੇ ਆ, ਜਿਵੇਂ ਗ੍ਰੇਡ 12 ਤੋਂ ਬਾਅਦ, ਜਾਂ ਫਿਰ ਉਹ ਬੈਚਲਰਸ ਕੀਤੀ ਹੋਈ ਹੈ, ਉਸ ਤੋਂ ਬਾਅਦ ਉਹ ਕੈਨੇਡਾ ਆਉਣਾ ਚਾਹੁੰਦੇ, ਈਵਨ ਆਫਟਰ ਡੂਇੰਗ ਮਾਸਟਰਸ ਐਜ਼ ਵੈਲ ਫਰੋਮ ਆਊਟਸਾਈਡ ਕੈਨੇਡਾ, ਰਾਈਟ। ਉਹਨਾਂ ਲਈ ਕੀ ਆਪਸ਼ਨਸ ਅਵੇਲੇਬਲ ਹੈਗੀਆਂ ਅਤੇ ਉਹ ਕਿਵੇਂ ਚੂਜ਼ ਕਰਨ ਰਾਈਟ ਪ੍ਰੋਗਰਾਮ, ਰਾਈਟ ਲੋਕੇਸ਼ਨ, ਤਾਂ ਜਿੱਥੇ ਜੋਬ ਓਪਰਚੁਨਿਟੀਜ਼ ਮਿਲੀ। ਆਪਾਂ ਇਹਦੇ ਬਾਰੇ ਇੱਕ ਅੱਜ ਗੱਲ ਕਰਾਂਗੇ। ਸੋ ਇਫ ਯੂ ਵਾਂਟ ਕੈਨੇਡੀਅਨ PR, ਤੁਹਾਨੂੰ ਜਿਹੜਾ ਪ੍ਰੋਗਰਾਮ ਆਫ ਸਟੱਡੀ ਹੈ ਬੜਾ ਤਰੀਕੇ ਨਾਲ ਵਾਈਜ਼ਲੀ ਚੂਜ਼ ਕਰਨਾ ਪਊਗਾ। ਰੈਂਡਮਲੀ ਕੋਈ ਵੀ ਪ੍ਰੋਗਰਾਮ, ਕੋਈ ਵੀ ਕਾਲਜ, ਕੋਈ ਵੀ ਯੂਨੀਵਰਸਿਟੀ ਨਾ ਚੂਜ਼ ਕਰਿਆ ਜੇ। ਥਿੰਕ ਸਟ੍ਰੈਟੇਜਿਕਲੀ। ਤਾਂ ਆਪਾਂ ਇਹਦੇ ਬਾਰੇ ਹੀ ਅੱਜ ਆਪਾਂ ਡਿਸਕਸ ਕਰਾਂਗੇ। ਨਾਓ ਲੈਟਸ ਡੂ ਦ ਰਿਐਲਿਟੀ ਚੈੱਕ। ਐਟ ਦ ਐਂਡ ਆਫ 2022 ਲਾਸਟ ਈਅਰ, IRCC ਦੇ ਅਕੋਰਡਿੰਗ ਆਲਮੋਸਟ 8 ਲੱਖ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਹੈਗੇ ਆ। ਆਲਮੋਸਟ 3 ਲੱਖ ਕੋਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੈਗਾ। 5,50,000 ਸਟੂਡੈਂਟਸ ਕੈਨੇਡਾ 'ਚ ਪਿਛਲੇ ਸਾਲ ਆਏ। ਹੁਣ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ 2023 'ਚ 2024 'ਚ ਕਿੰਨੇ ਆਉਣਗੇ, ਰਾਈਟ। ਲੱਖਾਂ ਦੀ ਗਿਣਤੀ ਦੇ ਵਿੱਚ ਵਰਕਿੰਗ ਪ੍ਰੋਫੈਸ਼ਨਲਸ ਕੈਨੇਡਾ 'ਚ ਆਏ ਹੋਏ ਆ। ਉਹ ਵਰਕ ਪਰਮਿਟ 'ਤੇ ਹੈਗੇ ਆ, ਚਾਹੇ ਓਪਨ ਵਰਕ ਪਰਮਿਟ 'ਤੇ ਜਾਂ ਇੰਟਰਾ ਕੰਪਨੀ ਟਰਾਂਸਫਰ 'ਤੇ ਆ। ਅਤੇ ਇੱਕ ਰਿਐਲਿਟੀ ਇਹ ਵੀ ਹੈ ਕਿ ਜਿਹੜਾ ਇਮੀਗ੍ਰੇਸ਼ਨ ਦਾ ਕੋਟਾ ਹੈਗਾ ਫॉर 2024, ਉਹ ਹੈਗਾ 4,85,000 ਦੇ ਅਰਾਊਂਡ, ਰਾਈਟ। ਉਸ 4,85,000 ਚੋਂ ਵੀ ਜਸਟ 281,000 ਜਿਹੜਾ ਹੈਗਾ ਇਕਨੋਮਿਕ ਇਮੀਗ੍ਰੇਸ਼ਨ। ਉਹ ਵੀ ਜਿਹੜਾ ਮੈਂ ਟਾਰਗੇਟ ਇਹ ਦੱਸ ਰਿਹਾ 281, ਇਹ ਨੰਬਰ ਆਫ ਪੀਪਲ ਹੈ, ਨੰਬਰ ਆਫ ਐਪਲੀਕੇਸ਼ਨਸ ਨਹੀਂ ਆ, ਰਾਈਟ। ਇੱਕ ਐਪਲੀਕੇਸ਼ਨ 'ਤੇ ਅਗਰ 3 ਬੰਦੇ ਆਉਂਦੇ ਆ ਤਾਂ ਸਿਰਫ 1 ਲੱਖ ਐਪਲੀਕੇਸ਼ਨਸ ਦੇ ਅਲਾਉ ਹੋਣਗੀਆਂ, ਰਾਈਟ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵਾਟ ਯੂ ਸ਼ੁੱਡ ਡੂ, ਰਾਈਟ। ਮੇਰੀ ਸੁਜੈਸ਼ਨ ਅਤੇ ਐਡਵਾਈਸ ਇਹੀ ਹੈ ਕਿ ਬੜਾ ਸਟ੍ਰੈਟੇਜਿਕਲੀ ਚੂਜ਼ ਕਰੋ ਕਿ ਕਿਹੜਾ ਪ੍ਰੋਗਰਾਮ ਤੁਸੀਂ ਸਟੱਡੀ ਕਰਨਾ ਹੈ, ਕਿੱਥੇ ਪ੍ਰੋਗਰਾਮ ਪੜ੍ਹਨਾ ਹੈ, ਕਿਹੋ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ, ਰਾਈਟ। ਜੋਬ ਓਪਰਚੁਨਿਟੀਜ਼ ਕੀ ਹੈ ਉਹਦੇ ਬੇਸ 'ਤੇ, ਤੁਹਾਨੂੰ ਅੱਗੇ ਇਮੀਗ੍ਰੇਸ਼ਨ ਦੀ ਆਪਸ਼ਨਸ ਕੀ ਮਿਲਣਗੀਆਂ, ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਤਵੱਜੋ ਦਿਓ। ਜਸਟ ਰੈਂਡਮਲੀ ਕੈਨੇਡਾ ਆਉਣ ਦੀ ਜਾਂ ਕੋਈ ਵੀ ਰੈਂਡਮਲੀ ਪ੍ਰੋਗਰਾਮ ਨਾ ਚੂਜ਼ ਕਰੋ। ਉਹਦੇ ਨਾਲ ਤੁਹਾਡਾ ਪੇਰੈਂਟਸ ਦਾ ਵੀ ਪੈਸਾ ਵੇਸਟ ਹੋਊਗਾ, ਤੁਹਾਡੀ ਐਨਰਜੀ ਵੀ ਵੇਸਟ ਹੋਊਗੀ, ਤੁਹਾਨੂੰ ਫਰਸਟ੍ਰੇਸ਼ਨ ਵੀ ਮਿਲੂਗੀ, ਰਾਈਟ। ਸੋ ਲੈਟਸ ਨਾਓ ਲੁੱਕ ਐਟ ਦਾ ਸਟ੍ਰੈਟਜੀ। ਸੋ ਪਹਿਲੀ ਚੀਜ਼ ਹੈਗੀ ਹੈ ਕਿ ਪ੍ਰੋਗਰਾਮ ਆਫ ਸਟੱਡੀ। ਹੁਣ ਪ੍ਰੋਗਰਾਮ ਆਫ ਸਟੱਡੀ ਕੁਡ ਬੀ ਕਿ ਕਿਸ ਚੀਜ਼ 'ਚ ਸਟੱਡੀ ਕਰਨੀ ਹੈ, ਰਾਈਟ। ਕਿ ਵੀ ਮੈਂ ਹੈਲਥ ਆਕੂਪੇਸ਼ਨ ਜਾਂ ਹੈਲਥ ਰਿਲੇਟਡ ਸਟੱਡੀ ਕਰਨੀ ਆ, ਮੈਂ ਫੋਰ ਐਗਜ਼ਾਮਪਲ ਸਟੈਮ ਫੀਲਡ ਦੇ ਵਿੱਚ ਪੜ੍ਹਾਈ ਕਰਨੀ ਹੈ, ਜਿਵੇਂ IT ਹੋ ਗਈ, ਟੈਕਨੋਲੋਜੀ ਹੋ ਗਈ, ਮੈਥਮੈਟਿਕਸ ਹੋ ਗਈ, ਜਾਂ ਇਹ ਸਾਰੀ ਚੀਜ਼ਾਂ। ਕਿੰਨੇ ਸਾਲ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ? ਮੇਰਾ 2 ਇਅਰਸ ਦਾ ਹੋਣਾ ਚਾਹੀਦਾ ਪ੍ਰੋਗਰਾਮ। ਡਿਪਲੋਮਾ ਕਰਨਾ ਹੈ ਕਿ ਮੈਂ ਬੈਚਲਰਸ ਕਰਾਂ, ਕਿ ਐਡਵਾਂਸ ਡਿਪਲੋਮਾ ਕਰਾਂ, ਕਿ ਮਾਸਟਰਸ ਕਰਾਂ, ਕਿ ਕੋਈ ਸਪੈਸ਼ਲਾਈਜੇਸ਼ਨ ਕਰਾਂ, ਉਹ ਚੀਜ਼ ਤੁਹਾਨੂੰ ਬਹੁਤ ਇੰਪੋਰਟੈਂਟ ਹੈਗੀ ਹੈ ਸੋਚਣਾ, ਰਾਈਟ। ਦੂਜੀ ਗੱਲ, ਰੀਜਨ ਜਾਂ ਲੋਕੇਸ਼ਨ ਆਫ ਸਟੱਡੀ, ਰਾਈਟ। ਕਿ ਵੀ ਤੁਸੀਂ ਕਿਹੜੇ ਪ੍ਰੋਵਿੰਸ ਦੇ ਵਿੱਚ ਪੜ੍ਹਨਾ ਚਾਹੋਗੇ, ਕਿਉਂਕਿ ਹਰੇਕ ਪ੍ਰੋਵਿੰਸ ਦੇ ਆਪਣੇ ਬੈਨੀਫਿਟਸ ਉਹ ਦਿੰਦੇ ਆ ਕਿ ਜੇ ਤੁਸੀਂ ਉੱਥੋਂ ਪੜ੍ਹੇ ਹੋਏ ਹੋ ਤਾਂ ਤੁਹਾਨੂੰ ਕਿਹੜੀਆਂ PNP ਪ੍ਰੋਗਰਾਮਸ ਦੇ ਵਿੱਚ ਬੈਨੀਫਿਟ ਮਿਲ ਸਕਦਾ, ਰਾਈਟ। ਈਵਨ ਵਿਦ ਇਨ ਪ੍ਰੋਵਿੰਸ ਵੀ ਉਹਨਾਂ ਨੇ ਸੈਪਰੇਟ ਪੁਆਇੰਟਸ ਦਿੱਤੇ ਕਿ ਲੋਕੇਸ਼ਨ ਆਫ ਸਟੱਡੀ। ਫੋਰ ਐਗਜ਼ਾਮਪਲ ਅਗਰ ਮੈਂ ਓਨਟਾਰੀਓ ਦੀ ਗੱਲ ਕਰਾਂ, ਵੀ ਓਨਟਾਰੀਓ 'ਚ ਪੜ੍ਹਾਈ ਕਰਨੀ, ਚਲੋ ਪਾਥਵੇ ਮਿਲੂਗਾ, ਬਟ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਵੀ ਓਨਟਾਰੀਓ ਦੇ ਅਗਰ ਤੁਸੀਂ ਨਦਰਨ ਓਨਟਾਰੀਓ 'ਚ ਪੜ੍ਹਾਈ ਕੀਤੀ ਹੈ ਤਾਂ ਤੁਹਾਨੂੰ ਐਕਸਟਰਾ ਪੁਆਇੰਟਸ ਕਈ ਚੀਜ਼ਾਂ 'ਚ ਮਿਲ ਸਕਦੇ ਆ। ਸਿਮਿਲਰਲੀ ਜੋਬ ਓਪਰਚੁਨਿਟੀਜ਼ ਕਿਉਂ ਇੰਪੋਰਟੈਂਟ ਹੈ ਕਿ ਵੀ ਤੁਸੀਂ ਉਹ ਵਾਲੀ ਪ੍ਰੋਗਰਾਮ ਵੀ ਸਟੱਡੀ ਕਰਨਾ ਹੈ ਕਿ ਜਿਹਦੀਆਂ 'ਚ ਇੱਕ ਤਾਂ ਜੋਬ ਓਪਰਚੁਨਿਟੀਜ਼ ਜ਼ਿਆਦਾ, ਅਤੇ ਦੂਜੀ ਗੱਲ ਉਹ ਲੋਕੇਸ਼ਨ ਵੀ ਸਿਲੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਚਾਂਸਿਸ ਹੈ ਕਿ ਤੁਸੀਂ ਆਪਣਾ ਆਫ ਕੈਂਪਸ ਵਰਕ ਓਪਰਚੁਨਿਟੀਜ਼ ਵੀ ਤੁਹਾਨੂੰ ਮਿਲ ਜਾਣ, ਤੁਸੀਂ ਕੁਛ ਕਮਾ ਵੀ ਲਓ, ਪਲੱਸ ਤੁਹਾਨੂੰ ਇੰਟਰਨਸ਼ਿਪ ਓਪਰਚੁਨਿਟੀਜ਼ ਚੰਗੀਆਂ ਮਿਲ ਜਾਣ ਕਿ ਤਾਂ ਜੋ ਤੁਹਾਨੂੰ ਕੱਲ੍ਹ ਨੂੰ ਜੋਬ ਲੈਣੀ ਸੌਖੀ ਹੋ ਜੇ, ਰਾਈਟ। ਇੰਪਲੋਇਰਸ ਤੁਹਾਨੂੰ ਉੱਥੇ ਹੀ ਪਲੇਸ ਕਰ ਲੈਣ। ਤਾਂ ਇਹ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੋਚਣਾ ਬਹੁਤ ਜ਼ਰੂਰੀ ਹੈ। ਅਤੇ ਇਹਦਾ ਜਿਹੜਾ ਇੰਟਰਸੈਕਸ਼ਨ ਹੈਗਾ ਉਹ ਤੁਹਾਨੂੰ ਐਡਵਾਂਟੇਜ ਦੇਊਗਾ ਜੇ ਤੁਸੀਂ ਇਹ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੋਚੋ ਕਿ ਵੀ ਮੈਂ ਕਿਹੜਾ ਪ੍ਰੋਗਰਾਮ ਕਰਨਾ ਹੈਗਾ, ਕਿੱਥੇ ਉਹ ਪ੍ਰੋਗਰਾਮ ਕਰਨਾ ਹੈਗਾ, ਅਤੇ ਉਸ ਫੀਲਡ ਦੇ ਵਿੱਚ ਕਿੰਨੀਆਂ ਮੈਨੂੰ ਜੋਬ ਓਪਰਚੁਨਿਟੀਜ਼ ਮਿਲਣਗੀਆਂ। ਤਾਂ ਅਗਰ ਤੁਸੀਂ ਇਹਨੂੰ ਸਟ੍ਰੈਟੇਜਿਕਲੀ ਸੋਚੋ ਤਾਂ ਤੁਹਾਨੂੰ ਉਹ ਵਾਲਾ ਪ੍ਰੋਗਰਾਮ ਕਰਨਾ ਚਾਹੀਦਾ, ਰਾਈਟ। ਤਾਂ ਆਪਾਂ ਇਹਨੂੰ ਥੋੜ੍ਹਾ ਜਿਹਾ ਹੋਰ ਐਲੈਬੋਰੇਟ ਕਰਦੇ ਤਾਂ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਵੀ ਦਿੰਦਾ ਕਿ ਹਾਊ ਕੈਨ ਯੂ ਥਿੰਕ ਅਬਾਊਟ ਦੀਸ ਥਿੰਗਸ। ਸੋ ਪਹਿਲਾਂ ਆਪਾਂ ਇੱਕ ਐਜੂਕੇਸ਼ਨ ਪੁਆਇੰਟਸ ਦੀ ਗੱਲ ਕਰੀਏ ਐਕਸਪ੍ਰੈਸ ਐਂਟਰੀ ਦੇ ਵਿੱਚ, ਰਾਈਟ। ਆਪਾਂ ਨੂੰ ਪਤਾ ਕਿ ਲੈਵਲ ਆਫ ਐਜੂਕੇਸ਼ਨ ਜਿਹੜਾ ਮੈਕਸਿਮਮ ਪੁਆਇੰਟ PhD ਨੂੰ ਮਿਲਦੇ ਆ, ਉਹਦੇ 150 ਪੁਆਇੰਟਸ ਹੁਣ ਮਿਲਦੇ ਆ ਜਾਂ 140 ਪੁਆਇੰਟਸ ਮਿਲਦੇ ਅਗਰ ਤੁਹਾਡੇ ਨਾਲ ਕੰਪਲੀਟ ਸਪਾਊਸ ਆ, ਰਾਈਟ। ਸੋ ਉਹ ਤਾਂ ਚਲੋ ਕੈਨੇਡਾ ਫੋਰਨ ਐਜੂਕੇਸ਼ਨ ਦੋਨੋਂ ਥਾਵਾਂ 'ਤੇ ਮਿਲ ਜਾਣੇ ਆ।
ਪਰ ਤੁਹਾਨੂੰ ਐਡੀਸ਼ਨਲ ਜਿਹੜੇ ਪੁਆਇੰਟਸ ਹੈਗੇ ਉਹ 30 ਪੁਆਇੰਟਸ ਮਿਲਦੇ ਆ ਜੇ ਤੁਸੀਂ ਪੋਸਟ ਗ੍ਰੈਜੂਏਟ ਐਜੂਕੇਸ਼ਨ ਕੀਤੀ ਹੈ ਕੈਨੇਡਾ ਦੇ ਵਿੱਚ, ਰਾਈਟ। ਇਹ ਮੈਂ ਕਰ ਰਿਹਾ ਐਕਸਪ੍ਰੈਸ ਐਂਟਰੀ ਦੇ ਥਰੂ ਕਿਸੇ ਨੇ ਆਉਣਾ ਤਾਂ। ਜਿਵੇਂ ਫੋਰ ਐਗਜ਼ਾਮਪਲ ਲੈਟਸ ਸੇ ਤੁਸੀਂ ਡਿਪਲੋਮਾ ਕੀਤਾ 1 ਈਅਰ 2 ਈਅਰ, ਤੁਹਾਨੂੰ 15 ਪੁਆਇੰਟਸ ਮਿਲਣਗੇ। ਤੁਸੀਂ ਮਾਸਟਰਸ ਕੀਤੀ ਹੈ ਜਾਂ ਬੈਚਲਰਸ ਕੀਤੀ ਹੈ 4 ਈਅਰਸ ਦੀ 3 ਈਅਰਸ ਦੀ, ਤਾਂ ਤੁਹਾਨੂੰ 30 ਪੁਆਇੰਟਸ ਮਿਲ ਸਕਦੇ ਆ ਉਹਦੇ ਵਿੱਚ, ਰਾਈਟ। ਸੋ ਨਾਓ ਲੈਟਸ ਕਮ ਟੂ ਬੈਨੀਫਿਟਸ ਆਫ ਕੈਨੇਡੀਅਨ ਐਜੂਕੇਸ਼ਨ ਫॉर PNP। PNP ਮੀਨਸ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ। ਫੋਰ ਐਗਜ਼ਾਮਪਲ ਸਾਡੇ ਕੈਨੇਡਾ ਦੇ ਵਿੱਚ 10 ਪ੍ਰੋਵਿੰਸਿਸ ਹੈਗੇ ਆ, 3 ਟੈਰੀਟਰੀਜ਼ ਹੈ, ਪਰ ਉਹ ਸਾਰਿਆਂ ਨੂੰ PNP ਹੀ ਕਹਿੰਦੇ ਆ ਕਿ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ। ਹੁਣ ਜਿਹੜੇ ਮੋਸਟ ਆਫ ਦਾ PNPs ਹੈ ਨਾ, ਦੇ ਆਈਦਰ ਹੈਵ ਸਪੈਸੀਫਿਕ ਪ੍ਰੋਗਰਾਮ ਫॉर ਇੰਟਰਨੈਸ਼ਨਲ ਗ੍ਰੈਜੂਏਟਸ। ਕਈ ਪ੍ਰੋਵਿੰਸਿਸ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟਸ ਲਈ ਉਹਨਾਂ ਨੇ ਸਪੈਸ਼ਲੀ ਅੱਡ ਸਟਰੀਮਸ ਕੱਢੀਆਂ ਹੋਈਆਂ ਕਿ ਵੀ ਜਿਹੜੇ ਇੰਟਰਨੈਸ਼ਨਲ ਗ੍ਰੈਜੂਏਟਸ ਉਹਨਾਂ 'ਚ ਬੈਨੀਫਿਟ ਚੱਕ ਸਕਦੇ ਆ, ਰਾਈਟ। ਫੋਰ ਐਗਜ਼ਾਮਪਲ ਮੈਂ 2 ਐਗਜ਼ਾਮਪਲ ਦੇਣਾ ਹੈਗਾ, ਪਰ ਹੋਰ ਵੀ ਪ੍ਰੋਵਿੰਸਿਸ 'ਚ ਹੈਗੀਆਂ। ਫੋਰ ਐਗਜ਼ਾਮਪਲ ਪਹਿਲੀ ਆਪਾਂ ਲੈਂਦੇ ਹਾਂ OINP, ਜਿਹੜੀ ਓਨਟਾਰੀਓ ਦੀ PNP ਹੈ, ਜਿਹਨੂੰ ਕਹਿੰਦੇ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ। ਇਹਦੇ ਵਿੱਚ 2 ਸਟਰੀਮਸ ਆ, ਜਿਵੇਂ ਇੰਪਲੋਇਰ ਜੋਬ ਆਫਰ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ, ਜੇ ਤੁਸੀਂ ਲਾਸਟ 2 ਸਾਲ ਦੇ ਵਿੱਚ ਕੋਈ ਡਿਪਲੋਮਾ 2 ਸਾਲ ਦਾ ਕੀਤਾ ਜਾਂ ਬੈਚਲਰਸ ਕੀਤੀ ਹੈ, ਯੂ ਵੁੱਡ ਬੀ ਐਲੀਜੀਬਲ। ਜਾਂ ਮਾਸਟਰਸ ਗ੍ਰੈਜੂਏਟ ਸਟਰੀਮ ਹੈ, ਜੇ ਤੁਸੀਂ ਮਾਸਟਰਸ ਕੀਤੀ ਹੈ ਜਾਂ PhD ਕੀਤੀ ਹੈ, ਯੂ ਵਿਲ ਬੀ ਐਲੀਜੀਬਲ ਫॉर ਦੈਟ ਥਰੂ ਐਕਸਪ੍ਰੈਸ ਐਂਟਰੀ, ਰਾਈਟ। ਦੂਜੀ ਹੈ BC PNP। ਹੁਣ ਬ੍ਰਿਟਿਸ਼ ਕੋਲੰਬੀਆ ਦੇ PNP ਨੇ ਵੀ ਪ੍ਰੋਗਰਾਮਸ ਹੈਗੇ ਆ, ਜਿਵੇਂ ਇੰਟਰਨੈਸ਼ਨਲ ਗ੍ਰੈਜੂਏਟਸ ਹੈਗੇ ਆ ਰਿਕੁਆਇਰਿੰਗ ਜੋਬ ਆਫਰ, ਜਾਂ ਫਿਰ ਇੰਟਰਨੈਸ਼ਨਲ ਪੋਸਟ ਗ੍ਰੈਜੂਏਟਸ ਹੈਗੇ ਆ ਵਿਦਆਊਟ ਜੋਬ ਆਫਰ, ਅਗਰ ਉਹਨਾਂ ਨੇ ਪਰਟੀਕੂਲਰ ਸਰਟਨ ਫੀਲਡ ਦੇ ਵਿੱਚ ਪੜ੍ਹਾਈ ਕੀਤੀ ਹੈ, ਸੱਚ ਐਜ਼ ਇਨ ਨੈਚੁਰਲ, ਅਪਲਾਈਡ, ਹੈਲਥ ਸਾਇੰਸਿਸ, ਫਰੋਮ ਸਰਟਨ ਐਲੀਜੀਬਲ ਇੰਸਟੀਟਿਊਸ਼ਨਸ। ਫੋਰ ਐਗਜ਼ਾਮਪਲ ਆਪਾਂ ਹਾਈਪੋਥੈਟੀਕਲ ਗੱਲ ਕਰੀਏ ਕਿ ਕਿਸੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਾਸਟਰਸ ਕਰਨੀ ਹੈ, ਰਾਈਟ, ਤਾਂ I think it's better to think about doing it from those specific institutions ਜਿਹਦੇ ਵਿੱਚ ਇਹਨਾਂ ਨੂੰ ਇਹ ਪਾਥਵੇ ਅਵੇਲੇਬਲ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਹ ਪਾਥਵੇ ਚੇਂਜ ਨਹੀਂ ਹੋ ਸਕਦੇ, ਬਟ ਚਾਂਸਿਸ ਹੈਗਾ ਕਿ ਅਗਰ ਤੁਸੀਂ ਚੰਗੇ ਇੰਸਟੀਚਿਊਟ ਤੋਂ ਇਨ ਡਿਮਾਂਡ ਜਿਹੜੀਆਂ ਫੀਲਡਸ ਦੇ ਵਿੱਚ ਤੁਸੀਂ ਆਪਣੀ ਪ੍ਰੋਗਰਾਮ ਕੀਤੇ, ਤੁਹਾਡੇ ਚਾਂਸਿਸ ਹਮੇਸ਼ਾ ਜ਼ਿਆਦਾ ਰਹਿਣਗੇ, ਰਾਈਟ। ਹਰ ਪ੍ਰੋਵਿੰਸ ਦੇ ਵਿੱਚ ਜਾਂ ਮੋਸਟ ਪ੍ਰੋਵਿੰਸਿਸ ਦੇ ਵਿੱਚ ਕੁਛ ਨਾ ਕੁਛ ਪਾਥਵੇ, ਕੁਛ ਨਾ ਕੁਛ ਐਡਵਾਂਟੇਜ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਜ਼ਰੂਰ ਦਿੰਦੇ ਆ। ਸੈਕਿੰਡ ਥਿੰਗ ਜਿਹੜੀ ਆ ਗਈ ਉਹ ਹੈਗੀ ਹੈ ਜੀ ਲੋਕੇਸ਼ਨ ਆਫ ਸਟੱਡੀ। ਸੋ ਲੋਕੇਸ਼ਨ ਆਫ ਸਟੱਡੀ ਆਲਸੋ ਗਿਵ ਐਡਵਾਂਟੇਜ ਇਨ PR। ਸੋ ਇਨ ਮੋਸਟ PNPs ਉਹ ਐਡੀਸ਼ਨਲ ਸਕੋਰਿੰਗ ਪੁਆਇੰਟਸ ਦਿੰਦੇ ਆ ਅਗਰ ਤੁਸੀਂ ਸਟੱਡੀ ਕੀਤੀ ਕੋਈ ਇੰਸਟੀਟਿਊਟ ਤੋਂ, ਫਿਜ਼ੀਕਲੀ ਸਟੱਡੀ ਕੀਤੀ ਹੈ ਉਸ ਇੰਸਟੀਟਿਊਟ ਦੇ ਵਿੱਚ ਆਊਟਸਾਈਡ ਮੈਟਰੋਪੋਲੀਟਨ ਏਰੀਆ। ਹੁਣ ਫੋਰ ਐਗਜ਼ਾਮਪਲ ਜਿਹੜੀ ਹੁਣ ਜਿਵੇਂ ਆਪਾਂ ਓਨਟਾਰੀਓ ਦੀ ਗੱਲ ਕਰੀਏ, ਰਾਈਟ, ਜਾਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, ਅਗਰ ਤੁਸੀਂ ਵੈਨਕੂਵਰ ਤੋਂ ਬਾਹਰ ਹੋ ਬ੍ਰਿਟਿਸ਼ ਕੋਲੰਬੀਆ 'ਚ, ਤਾਂ ਤੁਸੀਂ ਉਹ ਤੁਹਾਨੂੰ ਐਕਸਟਰਾ ਪੁਆਇੰਟਸ ਦਿੰਦੇ ਆ ਕਈ ਚੀਜ਼ਾਂ 'ਤੇ। ਸਿਮਿਲਰਲੀ ਇਨ ਕੇਸ ਆਫ ਓਨਟਾਰੀਓ, ਜੇ ਤੁਸੀਂ ਟੋਰਾਂਟੋ 'ਚ ਪੜ੍ਹਾਈ ਕੀਤੀ ਹੈ, ਰਾਈਟ, ਲੈਟਸ ਸੇ ਆਪਾਂ ਐਗਜ਼ਾਮਪਲ ਲਈਏ ਕਿ ਸਕੋਰਿੰਗ ਫੈਕਟਰਸ। ਸੋ ਦੇਰ ਆਰ 2 ਪਾਰਟਸ ਟੂ ਦਿਸ ਹੋਲ ਸਟੋਰੀ। ਫੋਰ ਐਗਜ਼ਾਮਪਲ ਜਨਰਲੀ ਕੀ ਹੁੰਦਾ ਕਿ ਇੱਕ ਐਲੀਜੀਬਿਲਿਟੀ ਫੈਕਟਰ ਹੁੰਦੇ ਕਿ ਤੁਸੀਂ ਪਹਿਲਾਂ ਐਲੀਜੀਬਲ ਵੀ ਹੈਗੇ ਕਿ ਨਹੀਂ। ਹੁਣ ਜੇ ਇੰਟਰਨੈਸ਼ਨਲ ਸਟੂਡੈਂਟ ਸਟਰੀਮ 'ਚ ਉਹੀ ਐਲੀਜੀਬਲ ਹੈਗਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਜਾਂ ਜਿਹਨੇ 2 ਸਾਲ ਦਾ ਪ੍ਰੋਗਰਾਮ ਕੀਤਾ ਹੈ, ਜਾਂ ਜਿਹੜੀ ਉਹਨਾਂ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ। ਪਰ ਤੁਸੀਂ ਐਲੀਜੀਬਲ ਹੋਣ ਨਾਲ ਇਹ ਨਹੀਂ ਮਤਲਬ ਹੈਗਾ ਕਿ ਤੁਹਾਨੂੰ ਉਹ PNP 'ਚ ਨੋਮੀਨੇਟ ਕਰ ਦੇਣਗੇ। ਉਹਦੇ ਲਈ ਤੁਹਾਨੂੰ ਪੁਆਇੰਟਸ, ਸਕੋਰਿੰਗ ਫੈਕਟਰਸ ਰੱਖੇ ਹੋਏ ਉਹਨਾਂ ਨੇ। ਸੋ ਇੱਕ ਸਕੋਰਿੰਗ ਫੈਕਟਰ ਹੈਗਾ ਲੋਕੇਸ਼ਨ ਆਫ ਸਟੱਡੀ, ਰਾਈਟ, ਜਿਹਨੂੰ 0 ਤੋਂ 10 ਪੁਆਇੰਟਸ ਮਿਲਦੇ ਆ। ਜੇ ਕਿਸੇ ਨੇ ਕੋਈ ਇੰਸਟੀਚਿਊਟ ਕੁਆਲੀਫਾਈਂਗ ਇੰਸਟੀਚਿਊਟ ਜਾਂ ਕੁਆਲੀਫਾਈਂਗ ਪੜ੍ਹਾਈ ਜਿਹੜੀ ਤੁਸੀਂ ਕੀਤੀ ਹੈ ਟੋਰਾਂਟੋ ਦੇ ਵਿੱਚ, ਤੁਹਾਨੂੰ 0 ਪੁਆਇੰਟਸ ਮਿਲਣਗੇ ਉਹਦੇ। ਇਨਸਾਈਡ GTA ਅਦਰ ਦੈਨ ਟੋਰਾਂਟੋ ਤੁਹਾਨੂੰ 3 ਪੁਆਇੰਟਸ ਮਿਲਣਗੇ। ਫੋਰ ਐਗਜ਼ਾਮਪਲ ਤੁਸੀਂ ਬਰੈਂਪਟਨ 'ਚ ਕਰ ਰਹੇ ਹੋ ਕੋਰਸ ਜਾਂ ਮਿਸੀਸਾਗਾ 'ਚ ਕਰ ਰਹੇ ਹੋ, ਯੂ ਵਿਲ ਗੈਟ 3 ਪੁਆਇੰਟਸ। ਜੇ ਤੁਸੀਂ ਆਊਟਸਾਈਡ GTA ਕਰਦੇ ਹੋ, ਫੋਰ ਐਗਜ਼ਾਮਪਲ ਆਊਟਸਾਈਡ GTA ਬੜਾ ਸ਼ੁਰੂ ਹੋ ਜਾਂਦਾ ਨਾਲ ਹੀ GTA ਤੋਂ ਆਊਟਸਾਈਡ, ਫੋਰ ਐਗਜ਼ਾਮਪਲ ਹੈਮਿਲਟਨ 'ਚ ਕੀਤਾ ਹੈ, ਓਟਾਵਾ 'ਚ ਕੀਤਾ, ਬੈਰੀ 'ਚ ਕੀਤਾ, ਐਨੀ ਆਫ ਦੋਜ਼ ਏਰੀਆਜ਼, ਯੂ ਵਿਲ ਗੈਟ 8 ਪੁਆਇੰਟਸ। ਜੇ ਤੁਸੀਂ ਨਦਰਨ ਓਨਟਾਰੀਓ 'ਚ ਕਰਦੇ ਹੋ ਉੱਥੇ 10 ਪੁਆਇੰਟਸ। ਕਿਉਂਕਿ ਜਿਹੜੀ ਗਵਰਨਮੈਂਟਸ ਹੈਗੀਆਂ ਉਹ ਚਾਹੁੰਦੀਆਂ ਕਿ ਸਟੂਡੈਂਟਸ ਉੱਥੇ ਥਾਵਾਂ 'ਤੇ ਜਾਣ ਜਿੱਥੇ ਪਾਪੂਲੇਸ਼ਨ ਘੱਟ ਹੈ, ਜਿੱਥੇ ਲੋਕਾਂ ਨੂੰ ਜ਼ਰੂਰਤ ਹੈ। ਜਿਹੜਾ ਹੁਣ GTA ਤਾਂ ਪਹਿਲਾਂ ਹੀ ਓਵਰ ਕਰਾਊਡਡ ਹੋ ਚੁੱਕਿਆ, ਰਾਈਟ। ਸੋ ਦੈਟਸ ਇਜ਼ ਦ ਰੀਜ਼ਨ ਵਾਈ ਦੇ ਹੈਵ ਐਕਸਟਰਾ ਪੁਆਇੰਟਸ ਫॉर ਲੋਕੇਸ਼ਨ ਆਫ ਸਟੱਡੀ, ਅਗਰ ਤੁਸੀਂ ਉਸ ਥਾਵਾਂ 'ਤੇ ਜਾਂਦੇ ਹੋ ਜਿੱਥੇ ਪਾਪੂਲੇਸ਼ਨ ਘੱਟ ਹੈਗੀ ਹੈ, ਰਾਈਟ। ਸਿਮਿਲਰਲੀ ਲੋਕੇਸ਼ਨ ਆਫ ਸਟੱਡੀ ਆਲਸੋ ਗਿਵ ਐਡਵਾਂਟੇਜ ਇਨ ਈਵਨ ਸਮ ਫੈਡਰਲ ਪ੍ਰੋਗਰਾਮ। ਕਈ ਥਾਵਾਂ 'ਤੇ ਤੁਹਾਡੀ ਐਲੀਜੀਬਿਲਿਟੀ ਇਸੇ ਬੇਸ 'ਤੇ ਬਣਦੀ ਹੈ। ਜਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਟੂ ਬੀ ਐਲੀਜੀਬਲ ਅਮੰਗ ਅਦਰ ਥਿੰਗਸ। ਸੋ ਦੇ ਬੜੇ ਐਲੀਜੀਬਿਲਿਟੀ ਕ੍ਰਾਈਟੀਰੀਆਜ਼, ਬਟ ਵਨ ਆਫ ਦ ਕ੍ਰਾਈਟੀਰੀਆਜ਼ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ, ਅਗਰ ਉਹਨੇ ਐਟਲੀਸਟ 2 years ਆਫ ਸਟੱਡੀ ਕੀਤੀ ਹੈ ਰੈਕੋਗਨਾਈਜ਼ਡ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਤੋਂ ਇਨ ਵਨ ਆਫ ਦ 4 ਅਟਲਾਂਟਿਕ ਪ੍ਰੋਵਿੰਸਿਸ, ਤਾਂ ਉਹਦੇ AIP ਦੇ ਵਿੱਚ ਉਹ ਅਪਲਾਈ ਕਰ ਸਕਦਾ। ਸੋ ਅਟਲਾਂਟਿਕ ਪ੍ਰੋਵਿੰਸਿਸ ਕਿਹੜੇ ਹੋਏ? ਆ ਜਿਹੜੇ 4 ਪ੍ਰੋਵਿੰਸਿਸ ਹੈਗੇ ਔਨ ਦ ਈਸਟ ਸਾਈਡ ਆਫ ਕੈਨੇਡਾ, ਉਹ ਹੈਗੇ ਨਿਊ ਬਰੰਸਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਔਰ ਨਿਊਫਾਊਂਡਲੈਂਡ ਐਂਡ ਲੈਬਰਾਡੋਰ। ਅਗਰ ਇਹਨਾਂ ਤੋਂ ਕੀਤਾ ਤਾਂ ਤੁਹਾਨੂੰ ਐਡਵਾਂਟੇਜ ਮਿਲ ਜਾਣੀ ਹੈ। ਪਲੱਸ
ਇਹਨਾਂ ਦੀ ਆਪਦੀ PNP 'ਚ ਵੀ ਐਡਵਾਂਟੇਜ ਹੈਗੀ ਅਗਰ ਇੰਟਰਨੈਸ਼ਨਲ ਸਟੂਡੈਂਟਸ ਉੱਥੋਂ ਪੜ੍ਹਾਈ ਕਰਦੇ ਹੈਗੇ, ਰਾਈਟ। ਐਂਡ ਲਾਸਟ ਬਟ ਨਾਟ ਦ ਲੀਸਟ ਇਹ ਹੈਗਾ ਹਾਊ ਵਾਟ ਯੂ ਸਟੱਡੀ ਮੇਕਸ ਅ ਡਿਫਰੈਂਸ। ਸੋ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਇਹ ਨਹੀਂ ਕਿ ਵੀ ਮੈਂ 2 ਸਾਲ ਦਾ ਕੋਰਸ ਕਰ ਲਿਆ, ਮੈਂ ਮਾਸਟਰਸ ਕਰ ਲਈ, ਲੈਸੇ ਮੈਂ MBA ਵੀ ਕਰ ਲਈ ਕੈਨੇਡਾ ਦੇ ਵਿੱਚ ਆ ਕੇ। ਯੂ ਹੈਵ ਟੂ ਆਲਸੋ ਥਿੰਕ ਅਬਾਊਟ ਕਿ ਜੋਬ ਓਪਰਚੁਨਿਟੀਜ਼ ਕਿਸ ਥਾਂ 'ਤੇ ਮਿਲਣੀਆਂ ਤੁਹਾਨੂੰ, ਰਾਈਟ, ਜਾਂ ਕਿਹੜੀਆਂ ਪ੍ਰਾਇਓਰਟੀਜ਼ ਜੋਬਸ ਹੈਗੀਆਂ, ਰਾਈਟ। ਉਹਦੇ ਵਿੱਚ ਅਗਰ ਤੁਸੀਂ ਕੰਮ ਪੜ੍ਹਾਈ ਕਰਦੇ ਹੋ ਤਾਂ ਤੁਹਾਨੂੰ ਉਹ ਜੋਬਸ ਮਿਲਣ ਦੇ ਚਾਂਸਿਸ ਵੱਧ ਜਾਂਦੇ ਆ, ਅਤੇ ਜਦੋਂ ਉਹ ਵਾਲੀ ਤੁਹਾਡੇ ਕੋਲ ਜੋਬਸ ਹੁੰਦੀਆਂ ਤੁਹਾਡੇ PR ਦੇ ਪਾਥਸ ਵੀ ਖੁੱਲ੍ਹ ਜਾਂਦੇ ਆ। ਫੋਰ ਐਗਜ਼ਾਮਪਲ ਹੁਣ ਐਕਸਪ੍ਰੈਸ ਐਂਟਰੀ ਦੇ ਅੰਡਰ ਹੀ ਇਹਨਾਂ ਨੇ ਲਾਂਚ ਕੀਤਾ ਕੈਟੇਗਰੀ ਬੇਸਡ ਡਰਾਸ, ਰਾਈਟ। ਫੋਰ ਐਗਜ਼ਾਮਪਲ ਉਹਨਾਂ ਨੇ ਕਿਹਾ ਹੈਲਥ ਕੇਅਰ ਆਕੂਪੇਸ਼ਨਸ ਕੁਛ ਲਿਸਟ ਕੀਤੇ ਹੈ, STEM ਆਕੂਪੇਸ਼ਨਸ ਲਿਸਟ ਕੀਤੇ ਹੈਗੇ। STEM ਮੀਨ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਸੋ ਇਹ ਜਿਹੜੇ ਪ੍ਰੋਫੈਸ਼ਨਸ ਹੈ, ਫੋਰ ਐਗਜ਼ਾਮਪਲ ਹੁਣ ਜੇ ਤੁਸੀਂ ਕੰਪਿਊਟਰ ਦੀ 2-3 ਸਾਲ ਦੀ ਪੜ੍ਹਾਈ ਕੀਤੀ ਹੈ ਤਾਂ ਤੁਸੀਂ ਕੰਪਿਊਟਰ ਕੱਲ੍ਹ ਨੂੰ ਇੰਜੀਨੀਅਰ ਬਣ ਸਕਦੇ ਹੋ, ਸੌਫਟਵੇਅਰ ਇੰਜੀਨੀਅਰ ਬਣ ਸਕਦੇ ਹੋ, ਤਾਂ ਤੁਸੀਂ ਅਗਰ ਉਹ ਜੋਬ ਦੀ ਕਾਫੀ ਡਿਮਾਂਡ ਹੈਗੀ ਹੈ, ਰਾਈਟ। ਸਿਮਿਲਰਲੀ ਹੈਲਥ ਕੇਅਰ ਆਕੂਪੇਸ਼ਨ ਦੀ। ਪਰ ਜੇ ਤੁਸੀਂ ਲੈਸੇ ਆਰਟਸ ਵਾਲੇ ਹਿਊਮੈਨਿਟੀਜ਼ ਦਾ ਕੋਰਸ ਲਿਆ ਜਾਂ ਕੋਈ ਬੜਾ ਜਨੈਰਿਕ ਜਿਹਾ ਕੋਰਸ ਲਿਆ, ਤੁਹਾਡੇ ਚਾਂਸਿਸ ਆਟੋਮੈਟਿਕਲੀ ਉਹੋ ਜਿਹੀ ਜੋਬ ਮਿਲਣ ਦੇ ਚਾਂਸਿਸ ਘੱਟ ਜਾਣਗੇ ਅਤੇ ਤੁਹਾਡੇ PR ਦੇ ਚਾਂਸਿਸ ਵੀ ਘੱਟ ਜਾਣਗੇ। ਸਰ ਆਲਸੋ ਜਿਹੜੇ ਫੀਲਡਸ ਹੈ ਉਹ ਰੈਗੂਲੇਟਡ ਹੈ। ਅਗਰ ਤੁਸੀਂ ਉਸ 'ਚ ਪੜ੍ਹਾਈ ਹੀ ਨਹੀਂ ਕੀਤੀ, ਯੂ ਜਸਟ ਕਾਂਟ ਇਵਨ ਗੈਟ ਇਨ ਟੂ ਦੈਟ। ਫੋਰ ਐਗਜ਼ਾਮਪਲ ਅਕਾਊਂਟਿੰਗ ਹੋ ਗਿਆ, ਫॉर दैट मैटर सर्टन अकाउंटिंग CPA ਜਾਂ ਉਹ ਵਾਲੇ ਪ੍ਰੋਫੈਸ਼ਨਸ ਹੋ ਗਏ, ਜਾਂ ਈਵਨ ਨਰਸਿੰਗ ਵਗੈਰਾ ਹੋ ਗਿਆ, ਈਵਨ ECE ਪ੍ਰੋਫੈਸ਼ਨਸ ਹੋ ਗਿਆ ਜਿਵੇਂ अर्ਲੀ ਚਾਈਲਡਹੁੱਡ ਐਜੂਕੇਟਰ, ਜਾਂ ਈਵਨ ਪੈਰਾਲੀਗਲ, ਜਾਂ ਕਈ ਪ੍ਰੋਫੈਸ਼ਨਸ ਹੈ ਜਿਹੜੇ ਰੈਗੂਲੇਟਡ ਹੈ, ਜਾਂ ਈਵਨ ਟ੍ਰੇਡ ਸਕਿੱਲਸ ਕਈ ਰੈਗੂਲੇਟਡ ਪ੍ਰੋਫੈਸ਼ਨਸ ਹੈਗੇ ਹੈ। ਤਾਂ ਉਹ ਤੁਸੀਂ ਅਗਰ ਉਹਨਾਂ ਨੂੰ ਐਲੀਜੀਬਲ ਹੋਣਾ, ਜਾਂ ਪ੍ਰਾਇਓਰਟੀ ਜਾਂ ਇਨ ਡਿਮਾਂਡ ਆਕੂਪੇਸ਼ਨਸ ਹੈਗੇ PNP ਦੇ ਵਿੱਚ, ਤਾਂ ਯੂ ਸ਼ੁੱਡ ਹੈਵ ਸਟੱਡੀਡ in those fields। it makes much more sense, right। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ। ਸੋ ਕਮਿੰਗ ਬੈਕ ਟੂ ਅਗੇਨ ਦਿਸ ਸਮਰੀ, ਹੁਣ ਮੈਂ ਤੁਹਾਨੂੰ ਆਹ ਸਾਰਾ ਕੁਝ ਸਮਝਾਉਣ ਤੋਂ ਬਾਅਦ ਮੈਂ ਇਹ ਕਹਿਣਾ ਚਾਹੁੰਦਾ ਕਿ ਯੂ ਹੈਵ ਟੂ ਥਿੰਕ ਅਬਾਊਟ ਪ੍ਰੋਗਰਾਮ ਆਫ ਸਟੱਡੀ। ਯੂ ਹੈਵ ਟੂ ਥਿੰਕ ਅਬਾਊਟ ਕਿਹੜਾ ਮੈਂ ਰੀਜਨ, ਕਿਹੜਾ ਪ੍ਰੋਵਿੰਸ ਚੂਜ਼ ਕਰਾਂ, ਜਾਂ ਉਸ ਪ੍ਰੋਵਿੰਸ 'ਚੋਂ ਵੀ ਕਿਹੜੀ ਲੋਕੇਸ਼ਨ ਚੂਜ਼ ਕਰਾਂ, ਰਾਈਟ। ਉਹ ਵੀ ਕਈ ਵਾਰੀ ਮੈਟਰ ਕਰਦੀ ਹੈ। ਇਸ ਤੋਂ ਇਲਾਵਾ ਮੈਂ ਇਹ ਵੀ ਦੇਖਾਂ ਕਿ ਜੋਬ ਓਪਰਚੁਨਿਟੀਜ਼ ਕਿੱਥੇ ਹੈ, ਕਿਹੜੀ ਫੀਲਡ, ਕਿਹੜੇ ਪ੍ਰੋਗਰਾਮ ਆਫ ਸਟੱਡੀ ਦੇ ਥਰੂ ਮੈਨੂੰ ਜਿਹੜੀ ਜੋਬ ਮਿਲੂਗੀ ਉਹਦੇ ਚਾਂਸਿਸ ਹੈਗੇ ਆ ਕਿ ਉਹ ਡਿਮਾਂਡ 'ਚ ਰਹੂਗੀ ਕੈਨੇਡਾ ਦੇ ਵਿੱਚ ਫॉर ਲੌਂਗਰ ਡਿਊਰੇਸ਼ਨ। ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸੋਚਣੀਆਂ ਜ਼ਰੂਰੀ ਹੈ। ਸੋ ਇਫ ਯੂ ਨੀਡ ਮਾਈ ਹੈਲਪ, ਮੇਰਾ ਕੰਟੈਕਟ ਇਨਫੋਰਮੇਸ਼ਨ ਹੈ ਜੀ, ਮੋਬਾਈਲ 'ਤੇ ਜਾਂ WhatsApp 'ਤੇ ਮੈਨੂੰ ਕਾਲ ਕਰ ਸਕਦੇ ਆ, +1 ਲਾ ਕੇ 4378487200 ਮੇਰਾ ਨੰਬਰ ਹੈ। ਸੋ ਯੂ ਕੈਨ ਆਲਵੇਜ਼ ਕਾਲ ਮੀ ਔਨ ਟੋਰਾਂਟੋ ਟਾਈਮ, ਡੂ ਨਾਟ ਕਾਲ ਮੀ by Indian time ਜਾਂ Pakistan time or any other time, right। so I may not be able to pick or I don't want to pick। so ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ info@delimmigration। ਵੈਬਸਾਈਟ 'ਤੇ ਵੀ ਮੇਰੀ ਇਨਫੋਰਮੇਸ਼ਨ ਅਵੇਲੇਬਲ ਹੈਗੀ ਹੈ, contact information or other things, you can go there। so thank you so much। so ਜੇ ਤੁਸੀਂ ਸਟੱਡੀ ਕਰਨਾ ਚਾਹੁੰਦੇ ਹੋ, ਕੈਨੇਡਾ ਆਉਣਾ ਚਾਹੁੰਦੇ ਹੋ ਸਟੱਡੀ ਕਰਨ ਲਈ, ਬੜਾ ਧਿਆਨ ਨਾਲ ਸੋਚੋ ਇਸ ਬਾਰੇ, ਰੈਂਡਮਲੀ ਚੂਜ਼ ਨਾ ਕਰੋ। that's my only advice to you। thank you।